Hello and welcome to today's online session. Today we are going to continue with the chapter supply. In the last video, we have discussed change in quantity supplied and change in supply. Change in quantity supplied was due to price, but change in supply is also known as shift in supply curve at the existing price or at the given price due to different factors. Today we will discuss how these different factors affect the supply of a commodity at the existing price. We will take up different factors separately. ਸਭ ਤੋਂ ਪਹਿਲੇ which is the very important factor for a producer because supply is from a producer side ਉਹ ਹੈ ਇਨਪੁਟ ਦੀਆਂ ਪ੍ਰਾਈਸਿਸ ਉਹ ਇਨਪੁਟ ਜਿਹੜਾ ਇੱਕ ਪ੍ਰੋਡਿਊਸਰ ਯੂਜ਼ ਕਰਦਾ ਹੈ ਫॉर ਪ੍ਰੋਡਕਸ਼ਨ ਆਫ ਗੁੱਡਸ ਇਹ ਇਨਪੁਟ ਦੋ ਤਰ੍ਹਾਂ ਦੇ ਨੇ ਫੈਕਟਰ ਐਂਡ ਨੌਨ ਫੈਕਟਰ ਲਾਈਕ ਰॉ ਮਟੀਰੀਅਲ ਲੇਬਰ ਮਸ਼ੀਨ ਇਲੈਕਟ੍ਰਿਸਿਟੀ ਪਾਵਰ then fuel prices transport banking ਇੰਟਰਸਟ ਲੋਨ ਦੇ ਇਹ ਸਾਰੇ ਇਨਪੁਟ ਪ੍ਰਾਈਸਿਸ ਨੇ ਇਹ ਕਿੱਦਾਂ ਕਿਸੇ ਚੀਜ਼ ਦੀ ਸਪਲਾਈ ਨੂੰ ਅਫੈਕਟ ਕਰਦੇ ਨੇ ਪਹਿਲਾਂ ਅਗਰ ਇਹ ਇਨਪੁਟ ਪ੍ਰਾਈਸਿਸ ਵੱਧ ਜਾਣ ਰਾਈਜ਼ ਇਨ ਇਨਪੁਟ ਪ੍ਰਾਈਸਿਸ ਬਿਕੋਜ਼ ਜਿਹੜੀ ਚੇਂਜ ਹੈ ਉਹ ਦੋਨੋਂ ਤਰ੍ਹਾਂ ਹੋ ਸਕਦੀ ਹੈ ਰਾਈਜ਼ ਵੀ ਫਾਲ ਵੀ ਚੇਂਜ ਕੈਨ ਬੀ ਪੋਜ਼ਿਟਿਵ ਚੇਂਜ ਕੈਨ ਬੀ ਨੈਗੇਟਿਵ ਸਪੋਜ਼ ਇਹ ਇਨਪੁਟ ਪ੍ਰਾਈਸਿਸ ਮਹਿੰਗੀਆਂ ਹੋ ਜਾਂਦੀਆਂ ਨੇ ਇਨਪੁਟ ਮਹਿੰਗੇ ਹੋ ਜਾਂਦੇ ਨੇ ਜਿਸ ਤਰ੍ਹਾਂ ਬਿਜਲੀ ਦੇ ਰੇਟ ਵੱਧ ਗਏ ਜਾਂ ਕੋਈ ਰॉ ਮਟੀਰੀਅਲ ਮਹਿੰਗਾ ਹੋ ਗਿਆ ਉਸ ਕੇਸ ਦੇ ਵਿੱਚ ਬਾਕੀ ਸਾਰੀਆਂ ਚੀਜ਼ਾਂ ਕਨਸਟੈਂਟ ਜੇ ਇਨਪੁਟ ਪ੍ਰਾਈਸ ਮਹਿੰਗੇ ਹੋ ਜਾਂਦੇ ਹੈ ਤੇ ਪ੍ਰੋਡਿਊਸਰ ਦੀ ਕਾਸਟ ਆਫ ਪ੍ਰੋਡਕਸ਼ਨ ਵੱਧ ਜਾਂਦੀ ਹੈ ਤੇ ਜਿਸ ਤਰ੍ਹਾਂ ਹੀ ਉਹਦੀ ਕਾਸਟ ਆਫ ਪ੍ਰੋਡਕਸ਼ਨ ਵੱਧਦੀ ਹੈ ਉਹਦਾ ਪ੍ਰੋਫਿਟ ਮਾਰਜਨ ਫਾਲ ਕਰ ਜਾਂਦਾ ਹੈ ਉਸ ਪ੍ਰੋਫਿਟ ਮਾਰਜਨ ਦੇ ਫਾਲ ਕਰਨ ਕਰਕੇ ਉਹਦਾ ਪ੍ਰੋਫਿਟ ਮਾਰਜਨ ਫਾਲ ਕਰ ਦੇਗਾ ਜਿਸ ਤਰ੍ਹਾਂ ਹੀ ਉਹਦਾ ਪ੍ਰੋਫਿਟ ਮਾਰਜਨ ਫਾਲ ਕਰੇਗਾ ਹੀ ਵਿਲ ਰਿਡਿਊਸ ਦਾ ਪ੍ਰੋਡਕਸ਼ਨ ਰਿਡਿਊਸ ਕਰੇਗਾ ਨਾਲ ਹੀ ਕੀ ਰਿਡਿਊਸ ਹੋ ਜਾਏਗੀ ਸਪਲਾਈ ਐਟ ਦ ਐਗਜ਼ਿਸਟਿੰਗ ਪ੍ਰਾਈਸ ਆਫ ਦ ਗਿਵਨ ਗੁੱਡ ਜਿਹੜੀ ਚੀਜ਼ ਦੀ ਉਹ ਚੀਜ਼ ਬਣਾ ਰਿਹਾ ਹੈ ਸਪਲਾਈ ਕਰ ਰਿਹਾ ਹੈ ਉਹਦੀ ਪ੍ਰਾਈਸ ਨੂੰ ਕੁਝ ਨਹੀਂ ਹੋਇਆ ਲੇਕਿਨ ਉਹਦੀ ਕਾਸਟ ਆਫ ਪ੍ਰੋਡਕਸ਼ਨ ਇਨਕਰੀਜ਼ ਹੋਣ ਨਾਲ ਉਹਨੇ ਆਪਣੀ ਉਸ ਚੀਜ਼ ਦੀ ਜਿਹੜੀ ਸਪਲਾਈ ਹੈ ਐਗਜ਼ਿਸਟਿੰਗ ਪ੍ਰਾਈਸ 'ਤੇ ਉਹਨੂੰ ਰਿਡਿਊਸ ਕਰਦਾ ਸਪਲਾਈ ਕਰਵ ਸ਼ਿਫਟ ਕਰ ਗਈ ਲੈਫਟਵਰਡ ਫਰਮ S to S1 ਐਂਡ ਕੁਆਂਟਿਟੀ ਸਪਲਾਈਡ ਵੀ ਫਾਲ ਕਰ ਗਈ Q0 to Q1 ਐਟ ਦ ਐਗਜ਼ਿਸਟਿੰਗ ਪ੍ਰਾਈਸ ਵਿਚ ਇਜ਼ P0 ਹੁਣ ਅਗਰ ਇਹੀ ਜਿਹੜੀਆਂ ਪ੍ਰਾਈਸਿਸ ਨੇ ਇਨਪੁਟਸ ਦੀਆਂ ਉਹ ਫਾਲ ਕਰ ਜਾਂਦੀ ਹੈ ਇਹ ਚੀਜ਼ਾਂ ਸਸਤੀਆਂ ਹੋ ਜਾਂਦੀਆਂ ਇਲੈਕਟ੍ਰਿਸਿਟੀ ਦੀ ਪ੍ਰਾਈਸ ਪਿੱਛੋਂ ਘੱਟ ਜਾਂਦੀ ਹੈ ਜਾਂ ਲੇਬਰ ਦੀਆਂ ਸੈਲਰੀਜ਼ ਘੱਟ ਦੇਣੀਆਂ ਪੈਂਦੀਆਂ ਉਸ ਕੇਸ ਦੇ ਵਿੱਚ ਜਿਹੜਾ ਪ੍ਰੋਡਿਊਸਰ ਹੈ ਉਹਦੀ ਉਸ ਚੀਜ਼ ਨੂੰ ਬਣਾਉਣ ਦੀ ਜਿਹੜੀ ਕਾਸਟ ਹੈ ਉਹ ਘੱਟ ਜਾਏਗੀ ਜਿਸ ਤਰ੍ਹਾਂ ਹੀ ਕਾਸਟ ਘਟੇਗੀ ਉਹਦਾ ਪ੍ਰੋਫਿਟ ਮਾਰਜਨ ਇਨਕਰੀਜ਼ ਹੋ ਜਾਏਗਾ ਪ੍ਰੋਫਿਟ ਮਾਰਜਨ ਇਨਕਰੀਜ਼ ਹੋਏਗਾ ਉਹ ਪ੍ਰੋਡਕਸ਼ਨ ਇਨਕਰੀਜ਼ ਕਰੇਗਾ ਤੇ ਐਗਜ਼ਿਸਟਿੰਗ ਪ੍ਰਾਈਸ 'ਤੇ ਉਹ ਜਿਹੜੀ ਸਪਲਾਈ ਹੈ ਉਹਨੂੰ ਇਨਕਰੀਜ਼ ਕਰ ਦੇਗਾ ਤੇ ਜਿਹੜੀ ਸਪਲਾਈ ਕਰਵ ਹੈ ਉਹ ਸ਼ਿਫਟ ਕਰ ਜੇਗੀ ਰਾਈਟਵਰਡ ਫਰਮ S to S1 ਤੇ ਕੁਆਂਟਿਟੀ ਸਪਲਾਈਡ ਵੀ ਵੱਧ ਜਾਏਗੀ Q to Q1 ਬਿਕੋਜ਼ ਸਪਲਾਈ ਕਰਵ ਸ਼ਿਫਟ ਹੋ ਜਾਏਗੀ ਰਾਈਟਵਰਡ ਉਸੇ ਹੀ ਉਸ ਚੀਜ਼ ਦੀ ਦਿੱਤੀ ਹੋਈ ਕੀਮਤ 'ਤੇ ਸੋ ਅਗਰ ਇਨਪੁਟ ਪ੍ਰਾਈਸਿਸ ਵਧੀਆਂ ਨੇ ਤੇ ਪ੍ਰੋਡਿਊਸਰ ਐਗਜ਼ਿਸਟਿੰਗ ਪ੍ਰਾਈਸ 'ਤੇ ਸਪਲਾਈ ਰਿਡਿਊਸ ਕਰ ਦਿੰਦਾ ਅਗਰ ਇਨਪੁਟ ਪ੍ਰਾਈਸਿਸ ਸਸਤੀਆਂ ਹੁੰਦੀਆਂ ਨੇ ਤੇ ਪ੍ਰੋਡਿਊਸਰ ਐਗਜ਼ਿਸਟਿੰਗ ਪ੍ਰਾਈਸ 'ਤੇ ਹੀ ਉਹਦੀ ਚੀਜ਼ ਦੀ ਸਪਲਾਈ ਇਨਕਰੀਜ਼ ਕਰ ਦਿੰਦਾ ਦਿਸ ਇਜ਼ ਕਾਲਡ ਰਾਈਟਵਰਡ ਸ਼ਿਫਟ ਔਰ ਲੈਫਟਵਰਡ ਸ਼ਿਫਟ ਡਿਊ ਟੂ ਵਨ ਫੈਕਟਰ ਐਟ ਦ ਐਗਜ਼ਿਸਟਿੰਗ ਪ੍ਰਾਈਸ ਦੂਸਰਾ ਜਿਹੜਾ ਮੇਨ ਫੈਕਟਰ ਹੈ ਇੱਕ ਪ੍ਰੋਡਿਊਸਰ ਨੂੰ ਅਫੈਕਟ ਕਰਦਾ ਹੈ ਉਹ ਹੈ ਟੈਕਨੋਲੋਜੀ ਚੀਜ਼ ਨੂੰ ਬਣਾਉਣ ਵਾਲੀਆਂ ਟੈਕਨੀਕਸ ਆਫ ਪ੍ਰੋਡਕਸ਼ਨ ਇਹ ਟੈਕਨੀਕਸ ਆਫ ਪ੍ਰੋਡਕਸ਼ਨ ਵੀ ਬਹੁਤ ਇੰਪੋਰਟੈਂਟ ਹੈ ਬਿਕੋਜ਼ ਟੈਕਨੀਕਸ ਆਫ ਪ੍ਰੋਡਕਸ਼ਨ ਉਹੇ ਜਿਹੀਆਂ ਨੇ ਜਿਹਦੇ ਨਾਲ ਪ੍ਰੋਡਿਊਸਰਸ ਆਪਣੀਆਂ ਗਿਵਨ ਰਿਸੋਰਸਿਸ ਨੂੰ ਲਗਾ ਕੇ
ਉਹ ਆਪਣੀ ਪ੍ਰੋਡਕਸ਼ਨ ਜਾਂ ਇਨਕਰੀਜ਼ ਕਰ ਸਕਦਾ ਹੈ ਜਾਂ ਡਿਕਰੀਜ਼ ਕਰ ਸਕਦਾ ਹੈ। ਉਹਦੇ ਕੋਲ ਰਿਸੋਰਸਿਸ ਉਹੀ ਨੇ, ਪਰ ਅਗਰ ਉਹਦੀਆਂ ਟੈਕਨੀਕਸ ਨਵੀਆਂ ਨੇ, ਅਪਗ੍ਰੇਡਡ ਨੇ, ਤੇ ਉਹਨਾਂ ਰਿਸੋਰਸਿਸ ਤੋਂ ਹੀ ਉਹ ਜ਼ਿਆਦਾ ਬਣਾ ਸਕਦਾ ਹੈ। ਤੇ ਅਗਰ ਉਹਦੀਆਂ ਟੈਕਨੀਕਸ ਪੁਰਾਣੀਆਂ ਹੋ ਗਈਆਂ, ਓਲਡ ਹੋ ਗਈਆਂ, ਡੀਗ੍ਰੇਡ ਹੋ ਗਈਆਂ, ਤੇ ਉਹ ਉਸੇ ਹੀ ਰਿਸੋਰਸਿਸ ਦੇ ਨਾਲ ਅੱਗੇ ਤੋਂ ਚੀਜ਼ਾਂ ਘੱਟ ਬਣਾ ਪਾਏਗਾ। ਸੋ ਅਗਰ ਟੈਕਨੋਲੋਜੀ ਇੰਪਰੂਵ ਕਰ ਜਾਂਦੀ ਹੈ, ਅਪਗ੍ਰੇਡ ਹੈ, ਨਵੀਂ ਆ ਜਾਂਦੀ ਹੈ, ਤੇ ਉਸ ਪ੍ਰੋਡਿਊਸਰ ਦੀ ਕਾਸਟ ਆਫ ਪ੍ਰੋਡਕਸ਼ਨ ਘੱਟ ਜਾਏਗੀ। ਉਹ ਦਿੱਤੇ ਹੋਏ ਰਿਸੋਰਸਿਸ ਨੂੰ ਜ਼ਿਆਦਾ ਵਧੀਆ ਤਰ੍ਹਾਂ ਯੂਜ਼ ਕਰੇਗਾ। ਉਹਦੇ ਨਾਲ ਹੀ ਵਿਲ ਏਬਲ ਟੂ ਪ੍ਰੋਡਿਊਸ ਮੋਰ ਐਜ਼ ਵੈਲ ਐਜ਼ ਸਪਲਾਈ ਮੋਰ ਐਟ ਦਾ ਐਗਜ਼ਿਸਟਿੰਗ ਪ੍ਰਾਈਸ। ਦਿੱਤੀ ਹੋਈ ਕੀਮਤ 'ਤੇ ਉਹ ਜ਼ਿਆਦਾ ਸਪਲਾਈ ਕਰ ਸਕਦਾ ਹੈ। ਸਪਲਾਈ ਕਰਵ ਕਿੱਧਰ ਸ਼ਿਫਟ ਕਰੇਗੀ? ਰਾਈਟਵਰਡ ਫਰੋਮ S to S1, ਕੁਆਂਟਿਟੀ ਸਪਲਾਈਡ ਵੀ ਵੱਧ ਜਾਏਗੀ। ਪਰ ਅਗਰ ਇਹੀ ਜਿਹੜੀ ਟੈਕਨੋਲੋਜੀ ਹੈ ਉਹ ਆਊਟਡੇਟਡ ਹੈ, ਪੁਰਾਣੀ ਹੈ, ਨਹੀਂ ਇਸ ਟਾਈਮ 'ਤੇ ਚੱਲ ਰਹੀ, ਉਸ ਕੇਸ ਦੇ ਵਿੱਚ ਉਹਦੇ ਗਿਵਨ ਰਿਸੋਰਸਿਸ 'ਤੇ ਜਿਹੜਾ ਕੰਮ ਕਰ ਰਿਹਾ ਉਹਦੀ ਕਾਸਟ ਆਫ ਪ੍ਰੋਡਕਸ਼ਨ ਵਧਾ ਦੇਗਾ। ਅਤੇ ਜਿਸ ਤਰ੍ਹਾਂ ਹੀ ਕਾਸਟ ਆਫ ਪ੍ਰੋਡਕਸ਼ਨ ਵਧੇਗੀ ਉਹਦਾ ਪ੍ਰੋਫਿਟ ਮਾਰਜਨ ਫਾਲ ਕਰ ਜਾਏਗਾ। ਉਸ ਕੇਸ ਦੇ ਵਿੱਚ ਉਹ ਪਹਿਲੇ ਨਾਲੋਂ ਚੀਜ਼ਾਂ ਬਣਾਏਗਾ ਵੀ ਘੱਟ ਅਤੇ ਵੇਚੇਗਾ ਵੀ ਘੱਟ। ਸੋ ਸਪਲਾਈ ਕਰਵ ਵਿਲ ਸ਼ਿਫਟ ਫਰੋਮ leftward from Q0 to Q1 at the existing price। ਇਸ ਤਰ੍ਹਾਂ ਜਿਹੜੀ ਟੈਕਨੋਲੋਜੀ ਹੈ ਉਹ ਵੀ ਇੱਕ ਚੀਜ਼ ਦੀ ਸਪਲਾਈ ਨੂੰ ਅਫੈਕਟ ਕਰਦੀ ਹੈ, ਚਾਹੇ ਉਸ ਚੀਜ਼ ਦੀ ਕੀਮਤ ਨਹੀਂ ਹਿਲਦੀ, ਬਟ ਸਟਿਲ ਜਿਹੜੀ ਟੈਕਨੀਕਸ ਆਫ ਪ੍ਰੋਡਕਸ਼ਨ ਹੈ ਉਹ ਇੱਕ ਚੀਜ਼ ਦੀ ਸਪਲਾਈ ਨੂੰ ਅਫੈਕਟ ਕਰ ਦਿੰਦੀ ਹੈ। ਇਸੇ ਤਰ੍ਹਾਂ ਹੀ ਅਗਲਾ ਇੱਕ ਫੈਕਟਰ ਹੈ ਦੈਟ ਇਜ਼ ਟੈਕਸ, ਐਕਸਾਈਜ਼ ਟੈਕਸ ਹੈ, ਟੈਕਸ, ਜਾਂ ਤੁਸੀਂ ਕਹਿ ਸਕਦੇ ਹੋ ਐਕਸਾਈਜ਼ ਡਿਊਟੀ ਜਾਂ GST। ਐਕਸਾਈਜ਼ ਡਿਊਟੀ ਜਾਂ ਐਕਸਾਈਜ਼ ਟੈਕਸ ਰੇਟ ਉਹ ਰੇਟ ਹੈ ਜਿਹੜਾ ਚੀਜ਼ਾਂ ਦੀ ਪ੍ਰੋਡਕਸ਼ਨ 'ਤੇ ਲਗਾਇਆ ਜਾਂਦਾ ਹੈ। ਦੈਟ ਇਜ਼ ਵੈਨ ਦ ਗੁਡਸ ਆਰ ਪ੍ਰੋਡਿਊਸ, ਸੇਮ ਇਜ਼ ਦ GST ਜਿਹਨੂੰ ਅਸੀਂ ਅੱਜ, ਕਿਉਂਕਿ ਇਹ ਸਾਰੇ ਜਿਹੜੇ ਟੈਕਸਿਸ ਪ੍ਰੋਡਿਊਸਰ 'ਤੇ ਲੱਗਦੇ ਹੈ they are known as the indirect taxes। all the taxes which are levied on the production or the producers, these are known as indirect taxes। ਇਨਡਾਇਰੈਕਟ ਟੈਕਸਿਸ ਕਿਉਂ ਕਹਿੰਦੇ ਅਸੀਂ ਇਹਨਾਂ ਨੂੰ? ਕਿਉਂਕਿ ਇਹ ਲੱਗਦੇ ਤੇ ਪ੍ਰੋਡਿਊਸਰ 'ਤੇ ਹੈ, ਪਰ ਇਹਨੂੰ ਪੇ ਕੌਣ ਕਰਦਾ? ਕੰਜ਼ਿਊਮਰ। ਜਿਸ ਤਰ੍ਹਾਂ ਅਸੀਂ ਕੋਈ ਚੀਜ਼ ਖਰੀਦਦੇ ਹਾਂ ਅਤੇ ਉਹਦੇ ਉੱਤੇ ਲਿਖਿਆ ਹੁੰਦਾ ਇਨਕਲੂਡਿਡ GST ਔਰ ਐਕਸਕਲੂਡਿੰਗ GST, ਰਾਈਟ। ਸੋ ਦਿਸ ਇਜ਼ ਗੁਡਸ ਐਂਡ ਸਰਵਿਸਿਜ਼ ਟੈਕਸ। ਅੱਗੇ ਐਕਸਾਈਜ਼ ਡਿਊਟੀ ਸੀ, ਨਾ ਉਹਦਾ ਨਾਮ ਹੁਣ ਸਾਰੇ ਟੈਕਸਿਸ ਇਹਦੇ 'ਚ ਕਲਮੀਨੇਟ ਹੋ ਗਏ GST ਜਾਂ ਗੁਡਸ ਐਂਡ ਸਰਵਿਸਿਜ਼ ਟੈਕਸ ਕਹਿੰਦੇ ਆ। ਹੁਣ ਇਸ ਟੈਕਸ ਦੇ ਜਿਸ ਤਰ੍ਹਾਂ ਸਲੈਬਸ ਅਲੱਗ-ਅਲੱਗ ਹੈ, ਇਹਦਾ ਰੇਟ ਇਨਕਰੀਜ਼ ਜਾਂ ਡਿਕਰੀਜ਼ ਹੋ ਜਾਂਦਾ ਹੈ। ਔਰ ਇਹ ਅਗਰ ਟੈਕਸ ਗਵਰਨਮੈਂਟ ਵੱਲੋਂ ਲਗਾਏ ਜਾਂਦੇ ਆ ਔਨ ਦਾ ਪ੍ਰੋਡਕਸ਼ਨ ਆਫ ਗੁਡਸ, ਅਗਰ ਕਿਸੇ ਚੀਜ਼ ਦੇ ਉੱਤੇ ਟੈਕਸ ਲੱਗਦਾ ਹੈ ਅਤੇ ਉਸ ਪ੍ਰੋਡਿਊਸਰ ਨੂੰ ਉਹਦੀ ਕਾਸਟ ਜ਼ਿਆਦਾ ਪੇ ਕਰਨੀ ਪੈਂਦੀ ਹੈ, ਉਹਦਾ ਪ੍ਰੋਡਿਊਸਰ ਦਾ ਪ੍ਰੋਫਿਟ ਮਾਰਜਨ ਘੱਟ ਜਾਂਦਾ ਹੈ, ਕਿਉਂਕਿ ਟੈਕਸ ਉਹਨੂੰ ਆਪਣੇ ਪ੍ਰੋਡਕਸ਼ਨ ਦਾ ਕੁਝ ਹਿੱਸਾ ਉਹਨੂੰ ਸਰਕਾਰ ਨੂੰ ਦੇਣਾ ਪਏਗਾ ਐਜ਼ ਅ ਕੰਪਲਸਰੀ ਪੇਮੈਂਟ, ਜਿਹਨੂੰ ਉਹ ਡਿਨਾਏ ਨਹੀਂ ਕਰ ਸਕਦਾ। ਸੋ ਅਗਰ ਇਹ ਐਕਸਾਈਜ਼ ਡਿਊਟੀ ਜਾਂ GST ਪ੍ਰੋਡਿਊਸਰ 'ਤੇ ਲੱਗਦਾ ਹੈ, ਨੋ ਡਾਊਟ ਉਹਨੇ ਕੰਜ਼ਿਊਮਰ ਨੂੰ ਪਾਸ ਕਰਨਾ ਹੈ, ਪਰ ਉਹਦਾ ਕੁਝ ਹਿੱਸਾ ਪਹਿਲੇ ਉਹਨੂੰ ਦੇਣਾ ਪਏਗਾ, ਕਿਉਂਕਿ ਟੈਕਸ ਸਿਰਫ ਉੱਤੇ ਨਹੀਂ ਲੱਗਿਆ ਜਿਹੜੀ ਚੀਜ਼ ਉਹਨੇ ਬਣਾਈ ਹੈ, ਜਿਹੜੇ ਉਹਨੇ ਰॉ ਮਟੀਰੀਅਲ ਹਰ ਚੀਜ਼ ਖਰੀਦੀ ਹੈ ਉੱਤੇ ਵੀ ਟੈਕਸ ਲੱਗ ਰਿਹਾ। ਸੋ ਉਹਦਾ ਪ੍ਰੋਫਿਟ ਮਾਰਜਨ ਫਾਲ ਕਰ ਜਾਂਦਾ ਹੈ। ਸੋ ਜਦੋਂ ਉਹਦਾ ਪ੍ਰੋਫਿਟ ਮਾਰਜਨ ਫਾਲ ਕਰੇਗਾ, ਉਹਦੀ ਕਾਸਟ ਵੱਧ ਜਾਏਗੀ, ਉਹ ਉਸੇ ਜਿਹੜੀ ਚੀਜ਼ ਬਣਾ ਰਿਹਾ ਹੈ ਉਹਦੀ ਉਹ ਪ੍ਰੋਡਕਸ਼ਨ ਘਟਾ ਦੇਗਾ ਐਟ ਦਾ ਐਗਜ਼ਿਸਟਿੰਗ ਪ੍ਰਾਈਸ। ਉਸ ਚੀਜ਼ ਦੀ ਕੀਮਤ ਨੂੰ ਤਾਂ ਕੁਝ ਨਹੀਂ ਹੋਇਆ, ਬਟ ਉਹ GST ਲੱਗਣ ਕਰਕੇ ਉਹ ਚੀਜ਼ ਦੀ ਜਿਹੜੀ ਪ੍ਰਾਈਸ ਹੈ ਉਹਨੂੰ ਜ਼ਿਆਦਾ ਪੇ ਕਰਨੀ ਪੈ ਰਹੀ ਹੈ। ਉਸ ਕੇਸ ਦੇ ਵਿੱਚ ਉਹ ਜਿਹੜੀ ਓਰੀਜਨਲ ਸਪਲਾਈ ਹੈ ਉਹ ਤੋਂ ਆਪਣੀ ਸਪਲਾਈ ਰਿਡਿਊਸ ਕਰ ਦੇਗਾ ਅਤੇ ਸਪਲਾਈ ਕਰਵ ਸ਼ਿਫਟ ਕਰੇਗੀ ਲੈਫਟਵਰਡ ਫਰੋਮ S to S1, ਅਤੇ ਇਸੇ ਤਰ੍ਹਾਂ ਕੁਆਂਟਿਟੀ ਸਪਲਾਈਡ ਵੀ ਫਾਲ ਕਰ ਜਾਏਗੀ ਫਰੋਮ Q0 to Q1 ਐਟ ਦਾ ਐਗਜ਼ਿਸਟਿੰਗ ਪ੍ਰਾਈਸ। ਇਸੇ ਤਰ੍ਹਾਂ ਅਗਰ ਸਰਕਾਰ ਇਹ ਐਕਸਾਈਜ਼ ਡਿਊਟੀ ਰਿਡਿਊਸ ਕਰ ਦਿੰਦੀ ਹੈ ਜਾਂ GST ਰਿਡਿਊਸ ਕਰ ਦਿੰਦੀ ਹੈ, ਉਸ ਕੇਸ ਦੇ ਵਿੱਚ ਪ੍ਰੋਡਿਊਸਰ ਦੀ ਕਾਸਟ ਆਫ ਪ੍ਰੋਡਕਸ਼ਨ ਜਿਹੜੀ ਹੈ ਉਹ ਘੱਟ ਜਾਏਗੀ, ਉਹਦਾ ਪ੍ਰੋਫਿਟ ਮਾਰਜਨ ਵੱਧ ਜਾਏਗਾ ਐਟ ਦਾ ਐਗਜ਼ਿਸਟਿੰਗ ਪ੍ਰਾਈਸ। ਉਹ ਜ਼ਿਆਦਾ ਚੀਜ਼ਾਂ ਬਣਾ ਪਾਏਗਾ, ਅਤੇ ਜੇ ਚੀਜ਼ਾਂ ਦੀ ਪ੍ਰੋਡਕਸ਼ਨ ਜ਼ਿਆਦਾ ਕਰੇਗਾ ਅਤੇ ਉਹ ਸਪਲਾਈ ਵੀ ਜ਼ਿਆਦਾ ਕਰੇਗਾ ਐਟ ਦਾ ਐਗਜ਼ਿਸਟਿੰਗ ਪ੍ਰਾਈਸ।
ਇਹਦੇ ਨਾਲ ਕੀ ਹੈ ਕਿ ਸਪਲਾਈ ਵਿਲ ਇਨਕਰੀਜ਼ from S to S1, a supply curve will shift leftward from S to S1 ਤੇ quantity supplied ਵੀ increase ਹੋ ਜਾਏਗੀ from Q0 to Q1। ਸੋ ਇਹ ਇਸੇ ਤਰ੍ਹਾਂ ਇਹ ਟੈਕਸਸ ਜਿਹੜੇ ਨੇ ਉਹ ਅਗਰ ਇਨਕਰੀਜ਼ ਹੋ ਜਾਣ ਤੇ ਸਪਲਾਈ ਰਿਡਿਊਸ ਕਰ ਦਿੰਦੇ ਨੇ, ਅਗਰ ਟੈਕਸਸ ਡਿਕਰੀਜ਼ ਕਰ ਜਾਣ ਤੇ ਉਹ ਸਪਲਾਈ ਇਨਕਰੀਜ਼ ਕਰ ਦਿੰਦੇ ਨੇ। ਇਸੇ ਤਰ੍ਹਾਂ ਸਬਸਿਡੀ ਇਜ਼ ਗਿਵਨ ਟੂ ਪ੍ਰੋਡਿਊਸਰਸ। ਉਹ ਜਿਸ ਤਰ੍ਹਾਂ ਟੈਕਸ ਕੰਪਲਸਰੀ ਪੇਮੈਂਟ ਹੈ, ਇਸ ਤਰ੍ਹਾਂ ਗਵਰਨਮੈਂਟ ਕੁਝ ਪੈਸਾ ਦਿੰਦੀ ਹੈ ਪ੍ਰੋਡਿਊਸਰਸ ਨੂੰ ਚੀਜ਼ਾਂ ਬਣਾਉਣ ਵਾਸਤੇ, ਦੈਟ ਇਜ਼ ਨੋਨ ਐਜ਼ ਸਬਸਿਡੀ। ਔਰ ਜਾਂ ਉਹਦੀ ਕਾਸਟ ਬੇਅਰ ਕਰਨ ਲੱਗੇ। ਜਦੋਂ ਸਰਕਾਰ ਸਬਸਿਡੀ ਦਿੰਦੀ ਹੈ ਤੇ ਇਸ ਕਾਸਟ ਦਾ ਕੁਝ ਹਿੱਸਾ ਸਰਕਾਰ ਬੇਅਰ ਕਰ ਲੈਂਦੀ ਹੈ, ਜਿਹਦੇ ਕਰਕੇ ਪ੍ਰੋਡਿਊਸਰ ਦੀ ਕਾਸਟ ਘਟ ਜਾਂਦੀ ਹੈ ਤੇ ਪ੍ਰੋਡਿਊਸਰ ਦਾ ਪ੍ਰੋਫਿਟ ਮਾਰਜਨ ਇਨਕਰੀਜ਼ ਕਰ ਜਾਂਦਾ ਹੈ ਤੇ ਸਬਸਿਡੀ ਮਿਲਣ ਨਾਲ ਵੀ ਉਹ ਆਪਣੀ ਚੀਜ਼ਾਂ ਦੀ ਜਿਹੜੀ ਸਪਲਾਈ ਹੈ ਉਹ ਇਨਕਰੀਜ਼ ਕਰ ਦਿੰਦਾ ਐਟ ਦਾ ਐਗਜ਼ਿਸਟਿੰਗ ਪ੍ਰਾਈਸ ਫਰੋਮ S1 ਟੂ S1। ਜਾਂ ਗਵਰਨਮੈਂਟ ਟੈਕਸ ਰਿਡਿਊਸ ਕਰੇ ਜਾਂ ਗਵਰਨਮੈਂਟ ਪ੍ਰੋਡਿਊਸਰ ਨੂੰ ਕੀ ਪ੍ਰੋਵਾਈਡ ਕਰੇ, ਸਬਸਿਡੀ, ਜਿਹਦੇ ਕਰਕੇ ਉਹ ਚੀਜ਼ਾਂ ਦੀ ਸਪਲਾਈ ਇਨਕਰੀਜ਼ ਕਰ ਸਕੇ। ਜਿਵੇਂ ਅਸੀਂ ਕਹੀਏ ਮੈਡੀਸਨ, ਅਸੈਂਸ਼ੀਅਲ ਮੈਡੀਸਨਸ, ਉਹਨਾਂ ਦੇ ਕੇਸਿਸ ਦੇ ਵਿੱਚ ਗਵਰਨਮੈਂਟ ਪ੍ਰੋਡਿਊਸਰਸ ਨੂੰ ਅਸੈਂਸ਼ੀਅਲ ਮੈਡੀਸਨਸ ਦੇ ਵਿੱਚ ਗਵਰਨਮੈਂਟ ਪ੍ਰੋਡਿਊਸਰਸ ਨੂੰ ਕੀ ਪ੍ਰੋਵਾਈਡ ਕਰਦੀ ਹੈ, ਸਬਸਿਡੀਜ਼, ਤਾਂ ਕਿ ਮਾਰਕੀਟ ਦੇ ਵਿੱਚ ਉਹਦੀ ਸਪਲਾਈ ਇਨਕਰੀਜ਼ ਕੀਤੀ ਜਾ ਸਕੇ। ਇਸੇ ਤਰ੍ਹਾਂ ਚੇਂਜ ਇਨ ਪ੍ਰਾਈਸ ਆਫ ਅਦਰ ਗੁੱਡਸ ਵੀ ਹੁੰਦਾ ਹੈ ਕਿਸੇ ਚੀਜ਼ ਦੀ ਸਪਲਾਈ 'ਤੇ। ਸਪੋਜ਼ ਜਿਹੜੀਆਂ ਚੀਜ਼ਾਂ ਉਹਦੇ ਨਾਲ ਦੀਆਂ ਨੇ, ਸੇਮ ਹੈ, ਉਹਨਾਂ ਦੀ ਪ੍ਰਾਈਸਿਸ ਕੀ ਹੋ ਜਾਂਦੀ ਹੈ, ਇਨਕਰੀਜ਼ ਹੋ ਜਾਂਦੀ ਹੈ ਤੇ ਪ੍ਰੋਡਿਊਸਰ ਨੂੰ ਲੱਗੇਗਾ ਕਿ ਅੱਜ ਉਹਨਾਂ ਦੀ ਪ੍ਰਾਈਸਿਸ ਇਨਕਰੀਜ਼ ਹੋਈਆਂ, ਕੱਲ੍ਹ ਨੂੰ ਮੇਰੀ ਚੀਜ਼ ਦੀ ਸਪਲਾਈ ਵੀ ਮੇਰੀ ਚੀਜ਼ ਦੀ ਵੀ ਪ੍ਰਾਈਸ ਜਿਹੜੀ ਆ ਉਹ ਰਾਈਜ਼ ਕਰ ਜਾਏਗੀ। ਇਸ ਕਰਕੇ ਉਹ ਅੱਜ ਦੇ ਟਾਈਮ, ਪ੍ਰੈਜ਼ੈਂਟ ਟਾਈਮ, ਆਪਣੀ ਚੀਜ਼ ਦੀ ਸਪਲਾਈ ਨੂੰ ਰਿਡਿਊਸ ਕਰ ਦਿੰਦਾ ਹੈ, ਵੇਟ ਕਰਦਾ ਹੈ ਕਿ ਉਹਦੀ ਗੁੱਡ ਦੀ ਵੀ ਸਪਲਾਈ ਪ੍ਰਾਈਸ ਵੱਧ ਜਾਏ, ਫਿਰ ਹੀ ਉਹ ਜ਼ਿਆਦਾ ਸਪਲਾਈ ਕਰੇਗਾ, ਕਿਉਂਕਿ ਜਿੰਨੀ ਜ਼ਿਆਦਾ ਪ੍ਰਾਈਸ ਵਧੇਗੀ ਉਨੀ ਜ਼ਿਆਦਾ ਉਹਦਾ ਪ੍ਰੋਫਿਟ ਮਾਰਜਨ ਵਧੇਗਾ। ਪਰ ਇੱਥੇ ਪ੍ਰੋਫਿਟ ਮਾਰਜਨ ਪ੍ਰਾਈਸ ਦੇ ਕਰਕੇ ਨਹੀਂ ਹੋਇਆ, ਦੂਸਰੇ ਫੈਕਟਰਸ ਕਰਕੇ ਹੋਇਆ। ਇਸ ਕਰਕੇ ਸਪਲਾਈ ਉਸੇ ਪ੍ਰਾਈਸ 'ਤੇ ਜਾਂ ਰਾਈਟਵਰਡ ਜਾ ਰਹੀ ਹੈ ਜਾਂ ਲੈਫਟਵਰਡ ਜਾ ਰਹੀ ਹੈ। ਇਸੇ ਤਰ੍ਹਾਂ ਇੱਕ ਕਿਸਾਨ ਦੋ ਤਰ੍ਹਾਂ ਦੀਆਂ ਕ੍ਰੌਪਸ ਉਗਾ ਰਿਹਾ ਹੈ, ਇੱਕ ਦੀ ਅੱਜ ਪ੍ਰਾਈਸਿਸ ਫਾਲ ਕਰ ਗਈਆਂ ਤੇ ਉਹ ਦੂਸਰੇ ਦੀ ਸਪਲਾਈ ਫਟਾਫਟ ਮਾਰਕੀਟ ਦੇ ਦੇਗਾ। ਉਹਨੂੰ ਲੱਗੇਗਾ ਕਿ ਅਗਰ ਉਹਦੀਆਂ ਪ੍ਰਾਈਸਿਸ ਰਿਡਿਊਸ ਕੀਤੀਆਂ, ਇਹ ਨਾ ਹੋਵੇ ਕੱਲ੍ਹ ਨੂੰ ਮੇਰੇ ਪ੍ਰੋਡਕਟ ਦੀ ਵੀ ਪ੍ਰਾਈਸ ਰਿਡਿਊਸ ਹੋ ਜਾਏ ਤੇ ਉਹਦੀ ਸਾਰੀ ਸਪਲਾਈ ਜਿਹੜੀ ਹੈ ਉਹ ਮਾਰਕੀਟ ਕੋਸ਼ਿਸ਼ ਕਰੇਗਾ ਉਹਨੂੰ ਸੈਲ ਡਾਊਨ ਕਰਨ ਦੀ, ਤਾਂ ਕਿ ਉਹ ਆਪਣੇ ਲਾਸ ਨਾ ਹੋਣ ਤੇ ਆਪਣੇ ਲਾਸ ਕਵਰ ਕਰ ਸਕੇ ਟੂ ਅਰਨ ਮੋਰ ਪ੍ਰੋਫਿਟ ਐਟ ਦਾ ਐਗਜ਼ਿਸਟਿੰਗ ਪ੍ਰਾਈਸ। ਇਸੇ ਤਰ੍ਹਾਂ ਅਗਰ ਮਾਰਕੀਟ ਦੇ ਵਿੱਚ ਨੰਬਰ ਆਫ ਫਰਮਸ ਵੱਧ ਜਾਣ, ਜ਼ਿਆਦਾ ਆ ਜਾਣ, ਤੇ ਫਿਰ ਐਗਜ਼ਿਸਟਿੰਗ ਪ੍ਰਾਈਸ 'ਤੇ ਹੀ ਸਪਲਾਈ ਵੱਧ ਜਾਂਦੀ ਹੈ, ਕਿਉਂਕਿ ਵੇਚਣ ਵਾਲੇ ਵੱਧ ਜਾਂਦੇ। ਅਤੇ ਜੇ ਮਾਰਕੀਟ 'ਚੋਂ ਕੁਝ ਫਰਮਸ ਚਲੀਆਂ ਜਾਣ ਤੇ ਫਿਰ ਸਪਲਾਈ ਐਗਜ਼ਿਸਟਿੰਗ ਪ੍ਰਾਈਸ 'ਤੇ ਹੀ ਘਟ ਜਾਂਦੀ ਹੈ। ਜਿਵੇਂ ਤੁਸੀਂ ਅੱਜ ਕੱਲ੍ਹ ਦੇਖੋ ਕਿ ਗਵਰਨਮੈਂਟ ਨੇ ਅਨਾਊਂਸ ਕੀਤਾ ਕਿ ਕਈ ਸ਼ਾਪਸ ਬੰਦ ਰਹਿਣਗੀਆਂ ਜਾਂ ਕੁਝ ਸ਼ਾਪਸ ਖੁੱਲ੍ਹਣਗੀਆਂ। ਸੋ ਅਗਰ ਇੱਕ ਪ੍ਰੋਡਕਟ ਦੀ ਇੱਕ ਜਾਂ ਦੋ ਸ਼ਾਪਸ ਖੁੱਲ੍ਹਣਗੀਆਂ ਤੇ ਉਹੀ ਜ਼ਿਆਦਾ ਵੇਚਣਗੀਆਂ, ਔਰ ਅਗਰ ਇਸ ਤਰ੍ਹਾਂ ਨਾਲ ਅਗਰ ਉਹੀ ਵੇਚਣਗੀਆਂ ਤਾਂ ਜ਼ਰੂਰ, ਬਟ ਉਸ ਮਾਰਕੀਟ 'ਚ ਉਸ ਚੀਜ਼ ਦੀ ਸਪਲਾਈ ਘਟ ਗਈ। ਕਿਉਂ? ਕਿਉਂਕਿ ਅੱਗੇ ਉੱਥੇ 6 ਸੈਲਰ ਸਨ, ਇਸ ਵੇਲੇ ਸਿਰਫ 2 ਹੀ ਸੈਲਰ ਓਪਨ ਨੇ ਤੇ ਉਹਦੇ ਨਾਲ ਉਸ ਚੀਜ਼ ਦੀ ਸਪਲਾਈ ਰਿਡਿਊਸ ਹੋ ਜਾਏਗੀ। ਸੇਮ ਵੇ ਅਗਰ ਗਵਰਨਮੈਂਟ ਹੋਰ 2 ਸੈਲਰ ਆਪਣੇ ਕੋਲੋਂ ਕਹਿੰਦੀ ਕਿ ਅਸੀਂ ਵੀ ਸੈਲ ਕਰਾਂਗੇ, ਫਿਰ ਨੰਬਰ ਆਫ ਸੈਲਰਸ ਵੱਧ ਜਾਂਦੇ ਹੈ ਤੇ ਫਿਰ ਉਸ ਚੀਜ਼ ਦੀ ਸਪਲਾਈ ਮਾਰਕੀਟ ਵੱਧ ਜਾਂਦੀ ਹੈ। ਸੋ ਇਸ ਤਰ੍ਹਾਂ ਸੈਲਰਸ ਦਾ ਨੰਬਰ ਵੀ ਸਪਲਾਈ ਨੂੰ ਦਿੱਤੀ ਹੋਈ ਕੀਮਤ 'ਤੇ ਐਗਜ਼ਿਸਟਿੰਗ ਪ੍ਰਾਈਸ 'ਤੇ ਇਨਕਰੀਜ਼ ਜਾਂ ਡਿਕਰੀਜ਼ ਕਰ ਸਕਦਾ ਹੈ। ਸੋ ਇਸ ਟੌਪਿਕ ਦੇ ਵਿੱਚ ਇਹੀ ਸੀ ਕਿ ਜਦੋਂ ਚੀਜ਼ ਦੀ ਕੀਮਤ ਨਹੀਂ ਮੂਵ ਕਰਦੀ, ਸਿਰਫ ਦੂਜੇ ਫੈਕਟਰਸ ਦੇ ਚੇਂਜ ਹੋਣ ਕਰਕੇ ਚੀਜ਼ ਦੀ ਪ੍ਰਾਈਸ ਚੇਂਜ, ਚੀਜ਼ ਦੀ ਸਪਲਾਈ ਚੇਂਜ ਕਰ ਜਾਂਦੀ ਹੈ ਐਟ ਦਾ ਐਗਜ਼ਿਸਟਿੰਗ ਪ੍ਰਾਈਸ, ਜਾਂ ਉਹ ਡਿਕਰੀਜ਼ ਹੋ ਜਾਂਦੀ ਹੈ ਜਾਂ ਉਹ ਇਨਕਰੀਜ਼ ਹੋ ਜਾਂਦੀ ਹੈ। ਜਦੋਂ ਇਨਕਰੀਜ਼ ਕਰਦੀ ਹੈ ਉਦੋਂ ਰਾਈਟਵਰਡ ਸ਼ਿਫਟ ਕਰਦੀ ਹੈ, ਜਦੋਂ ਡਿਕਰੀਜ਼ ਕਰਦੀ ਹੈ ਉਦੋਂ ਲੈਫਟਵਰਡ ਸ਼ਿਫਟ ਕਰਦੀ ਹੈ। ਆਈ ਹੋਪ ਤੁਹਾਨੂੰ ਇਹ ਵਾਲਾ ਟੌਪਿਕ ਕਲੀਅਰ ਹੋ ਗਿਆ ਹੋਵੇਗਾ।